ਹੈਲੋ ਸਟੂਡੈਂਟਸ, ਅੱਜ ਦਾ ਟੌਪਿਕ ਹੈ ਪਰਚੇजिंग ਪਾਵਰ ਪੈਰਿਟੀ। ਪਰਚੇजिंग ਪਾਵਰ ਪੈਰਿਟੀ ਹੈ ਜਿਹੜੀ ਐਕਸਚੇਂਜ ਰੇਟ ਨੂੰ ਨਿਰਧਾਰਿਤ ਕਰਨ ਸੰਬੰਧੀ ਥਿਊਰੀ ਹੈ। ਜਦੋਂ ਦੋ ਦੇਸ਼ ਇੰਟਰਨੈਸ਼ਨਲ ਟ੍ਰੇਡ ਕਰਦੇ ਹੈ, ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਵਪਾਰ ਹੁੰਦਾ ਹੈ ਜਾਂ ਵਸਤੂਆਂ ਨੂੰ ਖਰੀਦਦੇ ਤੇ ਵੇਚਦੇ ਹੈ, ਐਕਸਪੋਰਟ ਤੇ ਇੰਪੋਰਟ ਕਰਦੇ ਹੈ, ਤਾਂ ਉਦੋਂ ਐਕਸਚੇਂਜ ਰੇਟ ਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਐਕਸਚੇਂਜ ਰੇਟ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀਆਂ ਵਸਤੂਆਂ ਦਾ ਮੁੱਲ ਕੀ ਹੋਊਗਾ ਤੇ ਬਾਹਰੋਂ ਜਿਹੜੀਆਂ ਉਹਨਾਂ ਨੇ ਵਸਤੂਆਂ ਖਰੀਦੀਆਂ ਉਹਨਾਂ ਦਾ ਮੁੱਲ ਕੀ ਹੋਊਗਾ। ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਗੋਲਡ ਸਟੈਂਡਰਡ ਸਿਸਟਮ ਚੱਲਦਾ ਹੁੰਦਾ ਸੀ ਤਾਂ ਉਦੋਂ ਐਕਸਚੇਂਜ ਰੇਟ ਨੂੰ ਨਿਰਧਾਰਿਤ ਕਰਨ ਵਾਸਤੇ ਮਿੰਟ ਪੈਰਿਟੀ ਥਿਊਰੀ ਹੈ ਜਿਹੜੀ ਉਸ ਨੂੰ ਪ੍ਰਯੋਗ ਕੀਤਾ ਜਾਂਦਾ ਸੀ। ਪਰ ਜੇਕਰ ਕਾਗਜ਼ੀ ਮੁਦਰਾ ਪ੍ਰਣਾਲੀ ਚੱਲਦੀ ਹੈ, ਕਾਗਜ਼ੀ ਮੁਦਰਾ ਪ੍ਰਣਾਲੀ ਹੈ ਜਿਹੜੀ ਇਹ ਅਪਰਿਵਰਤਨਸ਼ੀਲ ਹੁੰਦੀ ਹੈ, ਇਸ ਨੂੰ ਗੋਲਡ ਦੇ ਵਿੱਚ ਨਹੀਂ ਬਦਲਿਆ ਜਾ ਸਕਦਾ ਤੇ ਨਾ ਹੀ ਇੱਕ ਦੇਸ਼ ਦੀ ਮੁਦਰਾ ਨੂੰ ਦੂਜੇ ਦੇਸ਼ ਦੀ ਮੁਦਰਾ ਦੇ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ, ਨਹੀਂ ਬਦਲਿਆ ਜਾ ਸਕਦਾ। ਸਾਰੀ ਮੁਦਰਾ ਨੂੰ ਗੋਲਡ ਦੇ ਵਿੱਚ ਵੀ ਨਹੀਂ ਬਦਲਿਆ ਜਾ ਸਕਦਾ। ਤਾਂ ਉਸ ਵੇਲੇ ਐਕਸਚੇਂਜ ਰੇਟ ਨੂੰ ਕਿਵੇਂ ਨਿਰਧਾਰਿਤ ਕੀਤਾ ਜਾਵੇ, ਇਸ ਦੇ ਬਾਰੇ 'ਚ ਗੁਸਤਾਵ ਕੈਸਲ ਨੇ ਪਰਚੇजिंग ਪਾਵਰ ਪੈਰਿਟੀ ਥਿਊਰੀ ਹੈ ਜਿਹੜੀ 1920 ਦੇ ਵਿੱਚ ਦੱਸੀ। ਉਸ ਨੇ ਦੱਸਿਆ ਕਿ ਜਦੋਂ ਕਾਗਜ਼ੀ ਮੁਦਰਾ ਪ੍ਰਚਲਨ 'ਚ ਹੁੰਦੀ ਹੈ ਤਾਂ ਉਦੋਂ ਕਿਸੇ ਵੀ ਦੇਸ਼ ਦੀ ਮੁਦਰਾ ਦੀ ਪਰਚੇजिंग ਪਾਵਰ ਦੇ ਨਾਲ ਉੱਥੋਂ ਦੀ ਐਕਸਚੇਂਜ ਰੇਟ ਹੈ ਜਿਹੜੀ ਉਸ ਨੂੰ ਨਿਰਧਾਰਿਤ ਕੀਤੀ ਜਾ ਸਕਦੀ ਹੈ। ਐਕਸਚੇਂਜ ਰੇਟ ਮਤਲਬ ਪਰਚੇजिंग ਪਾਵਰ ਮਤਲਬ ਉੱਥੋਂ ਦੀ ਕਰੰਸੀ ਹੈ ਜਿਹੜੀ ਕਿੰਨਾ ਸਮਾਨ ਖਰੀਦ ਸਕਦੀ ਹੈ, ਉੱਥੋਂ ਦੀ ਕਰੰਸੀ ਜਾਂ ਉੱਥੋਂ ਦੀ ਮੁਦਰਾ ਹੈ ਜਿਹੜੀ ਉਹ ਕਿੰਨੀਆਂ ਕੁ ਵਸਤੂਆਂ ਖਰੀਦ ਸਕਦੀ ਹੈ ਜਾਂ ਉਹਦੇ ਨਾਲ ਕਿੰਨੀਆਂ ਵਸਤੂਆਂ ਨੂੰ ਖਰੀਦਿਆ ਜਾ ਸਕਦਾ ਹੈ, ਇਹੀ ਉਸ ਦੀ ਪਰਚੇजिंग ਪਾਵਰ ਹੁੰਦੀ ਹੈ। ਇੱਕ ਦੇਸ਼ ਦੀ ਕਰੰਸੀ ਦੇ ਵਿੱਚ ਵਸਤੂਆਂ ਤੇ ਸੇਵਾਵਾਂ ਨੂੰ ਖਰੀਦਣ ਦੀ ਕਿੰਨੀ ਕੁ ਸ਼ਕਤੀ ਹੈ, ਇਸ ਨੂੰ ਪਰਚੇजिंग ਪਾਵਰ ਕਿਹਾ ਜਾਂਦਾ ਹੈ। ਵਸਤੂਆਂ ਤੇ ਸੇਵਾਵਾਂ ਦੀ ਖਰੀਦ ਸ਼ਕਤੀ ਜਿੱਥੇ ਬਰਾਬਰ ਹੁੰਦੀ ਹੈ ਉੱਥੇ ਐਕਸਚੇਂਜ ਰੇਟ ਨਿਰਧਾਰਿਤ ਹੋ ਜਾਂਦੀ ਹੈ। ਘਰੇਲੂ ਕੀਮਤ ਸਤਰ ਤੇ ਵਿਦੇਸ਼ੀ ਕੀਮਤ ਸਤਰ ਦੇ ਆਧਾਰ ਤੇ ਐਕਸਚੇਂਜ ਰੇਟ ਨਿਰਧਾਰਿਤ ਕੀਤੀ ਜਾਂਦੀ ਹੈ। ਮੰਨ ਲਓ ਭਾਰਤ 'ਚ ਇੱਕ ਟੋਕਰੀ ਸਮਾਨ ਦੀ ਕੀਮਤ 40 ਰੁਪਏ ਹੈ ਤੇ ਉਸੇ ਟੋਕਰੀ ਦੀ ਕੀਮਤ USA ਦੇ ਵਿੱਚ $1 ਹੈ। ਤਾਂ $1 ਦੇ ਨਾਲ ਕਿੰਨਾ ਸਮਾਨ ਖਰੀਦਿਆ ਜਾ, ਇੱਕ ਟੋਕਰੀ ਭਾਰਤ ਦੇ ਵਿੱਚ ਕਿੰਨੇ ਰੁਪਿਆਂ 'ਚ ਖਰੀਦੀ ਜਾ ਸਕਦੀ ਹੈ ਤੇ ਉਹੀ ਟੋਕਰੀ ਅਮਰੀਕਾ ਦੇ ਵਿੱਚ ਕਿੰਨੇ ਰੁਪਿਆਂ 'ਚ ਖਰੀਦੀ ਜਾ ਸਕਦੀ ਹੈ। ਇਸ ਦੇ ਆਧਾਰ ਤੇ ਐਕਸਚੇਂਜ ਰੇਟ ਜਿਹੜੀ ਨਿਰਧਾਰਿਤ ਹੁੰਦੀ ਹੈ ਤਾਂ ਇਸ ਨੂੰ ਪਰਚੇजिंग ਪਾਵਰ ਪੈਰਿਟੀ ਕਿਹਾ ਜਾ ਸਕਦਾ ਹੈ ਕਿ ਦੋਨਾਂ ਦੇਸ਼ਾਂ ਦੀਆਂ ਵਸਤੂਆਂ ਜਿਹੜੀਆਂ ਦੋਨਾਂ ਦੇਸ਼ਾਂ ਦੇ ਵਿੱਚ ਕਿੰਨੀ ਕਿੰਨੀ ਮਾਤਰਾ ਉਹਨਾਂ ਦੀ ਕਰੰਸੀ ਨਾਲ ਖਰੀਦੀ ਜਾ ਸਕਦੀ ਹੈ। ਉਹਨਾਂ ਦੀ ਕਰੰਸੀ ਨਾਲ ਜੇ ਇੱਕੋ ਜਿਹੀ ਮਾਤਰਾ ਖਰੀਦੀ ਜਾ ਸਕਦੀ ਹੈ ਤਾਂ ਉਸੇ ਨੂੰ ਪਰਚੇजिंग ਪਾਵਰ ਪੈਰਿਟੀ ਹੈ ਜਿਹੜੀ ਆਪਾਂ ਕਵਾਂਗੇ। ਮੰਨ ਲਓ ਇਹ ਆਪਾਂ ਦੋ ਟੋਕਰੀਆਂ ਲਈਆਂ ਹੋਈਆਂ, ਇਹ ਇੰਡੀਆ 'ਚ ਹੈਗੀ ਹੈ, ਇਹ ਟੋਕਰੀ ਇੰਡੀਆ ਨਾਲ ਸੰਬੰਧਿਤ ਹੈ। ਇੰਡੀਆ ਦੇ ਵਿੱਚ ਇਹ ਟੋਕਰੀ ਖਰੀਦਣ ਵਾਸਤੇ 40 ਰੁਪਏ ਦੇਣੇ ਪੈਂਦੇ ਆ ਤੇ ਇੰਨੇ ਸਮਾਨ ਵਾਲੀ ਟੋਕਰੀ ਅਮਰੀਕਾ 'ਚ ਜੇ ਆਪਾਂ ਖਰੀਦਦੇ ਹਾਂ ਤਾਂ ਉੱਥੇ $1 ਦੇਣਾ ਪੈਂਦਾ। ਤਾਂ ਇਸ ਤਰ੍ਹਾਂ ਨਾਲ ਇੱਕ ਟੋਕਰੀ ਸਮਾਨ ਹੈ, ਇੱਕੋ ਸੇਮ ਟੋਕਰੀ ਹੈਗੀ ਹੈ, ਇਹ ਜਿੰਨਾ ਸਮਾਨ ਇਸ ਟੋਕਰੀ 'ਚ ਹੈ ਓਨਾ ਹੀ ਇਸ ਟੋਕਰੀ ਦੇ ਵਿੱਚ ਹੈ। ਇਸ ਦੇ ਨਾਲ ਐਕਸਚੇਂਜ ਰੇਟ ਆਪਾਂ ਨਿਰਧਾਰਿਤ ਕਰਨੀ ਹੈ, ਸਮਾਨ ਦੇ ਨਾਲ ਐਕਸਚੇਂਜ ਰੇਟ ਹੈ ਜਿਹੜੀ ਨਿਰਧਾਰਿਤ ਕਰਨੀ ਹੈ। ਹੁਣ ਇਹੀ ਸਮਾਨ ਹੈ ਜਿਹੜਾ ਇੰਡੀਆ 'ਚ 40 ਰੁਪਏ ਦਾ ਮਿਲਦਾ ਹੈ ਤੇ ਇਹੀ ਸਮਾਨ ਹੈ ਜਿਹੜਾ USA ਦੇ ਵਿੱਚ $1 ਦਾ ਮਿਲਦਾ ਹੈ। ਤੇ ਇਸ ਤਰ੍ਹਾਂ ਨਾਲ ਇਹਨਾਂ ਦੀ ਐਕਸਚੇਂਜ ਰੇਟ ਨਿਰਧਾਰਿਤ ਕਿੱਥੇ ਹੋਊਗੀ, $1 40 ਰੁਪਏ ਦੇ ਬਰਾਬਰ ਹੋਊਗੀ। ਵਸਤੂਆਂ ਦੇ ਹਿਸਾਬ ਨਾਲ ਇਹ ਐਕਸਚੇਂਜ ਰੇਟ ਹੈ ਜਿਹੜੀ ਨਿਰਧਾਰਿਤ ਹੋਈ ਹੈ। ਪਰਚੇजिंग ਪਾਵਰ ਪੈਰਿਟੀ ਦੇ ਨਾਲ ਜਿਹੜੀ ਐਕਸਚੇਂਜ ਰੇਟ ਨਿਰਧਾਰਿਤ ਹੁੰਦੀ ਹੈ ਉਹ ਘੱਟ ਹੁੰਦੀ ਹੈ ਕਿਉਂਕਿ USA ਦੇ ਵਿੱਚ ਜਿਹੜਾ ਕੋਸਟ ਆਫ ਲਿਵਿੰਗ ਹੈ ਉਹ ਜ਼ਿਆਦਾ ਹੈ, ਉੱਥੇ ਵਸਤੂਆਂ ਮਹਿੰਗੀਆਂ ਹੁੰਦੀਆਂ ਇੰਡੀਆ ਦੇ ਨਾਲੋਂ। ਇੰਡੀਆ ਦੇ ਵਿੱਚ ਕੋਸਟ ਆਫ ਲਿਵਿੰਗ ਘੱਟ ਹੈ, ਇਸ ਕਰਕੇ ਇੱਥੇ ਵਸਤੂਆਂ ਸਸਤੀਆਂ ਹੁੰਦੀਆਂ ਤਾਂ ਐਕਸਚੇਂਜ ਰੇਟ ਆਪਣੀ ਘੱਟ ਹੁੰਦੀ ਹੈ। ਜਦੋਂ ਐਕਸਚੇਂਜ ਰੇਟ ਡਿਮਾਂਡ ਤੇ ਸਪਲਾਈ ਨਾਲ ਨਿਰਧਾਰਿਤ ਕੀਤੀ ਜਾਂਦੀ ਹੈ ਉਦੋਂ ਐਕਸਚੇਂਜ ਰੇਟ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਇੰਡੀਆ ਦੇ ਵਿੱਚ ਇੱਕ ਟੋਕਰੀ ਦੀ ਕੀਮਤ 40 ਰੁਪਏ ਹੈ, USA ਵਿੱਚ ਉਸੇ ਟੋਕਰੀ ਦੀ ਕੀਮਤ ਹੈ ਜਿਹੜੀ $1 ਹੈ। ਤਾਂ ਇਸ ਤਰ੍ਹਾਂ ਨਾਲ ਐਕਸਚੇਂਜ ਰੇਟ ਹੈ ਜਿਹੜੀ $1 40 ਰੁਪਏ ਦੇ ਬਰਾਬਰ ਨਿਰਧਾਰਿਤ ਹੋ ਰਿਹਾ ਹੈ ਇੰਡੀਆ ਤੇ USA ਦੇ ਵਿੱਚ। ਹਾਂਜੀ, ਪ੍ਰਾਈਸ ਲੈਵਲ ਜਾਂ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਪਰਚੇजिंग ਪਾਵਰ ਪੈਰਿਟੀ ਹੈ ਜਿਹੜੀ ਉਹ ਨਿਰਧਾਰਿਤ ਹੁੰਦੀ ਹੈ। ਜੇਕਰ ਦੋਨਾਂ ਦੇਸ਼ਾਂ ਦਾ ਪ੍ਰਾਈਸ ਲੈਵਲ ਬਦਲ ਜਾਂਦਾ ਹੈ ਤਾਂ ਐਕਸਚੇਂਜ ਰੇਟ ਵੀ ਬਦਲੂਗੀ ਜਾਂ ਨਹੀਂ, ਤਾਂ ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਫਾਰਮੂਲੇ ਦੇ ਨਾਲ ਸਮਝਦੇ ਹਾਂ। ਇਹ ਬਦਲ ਵੀ ਜਾਂਦੀ ਹੈ ਤੇ ਨਹੀਂ ਵੀ ਬਦਲਦੀ। ਤਾਂ ਫਾਰਮੂਲਾ ਇਸ ਦਾ ਹੈਗਾ R ਜਾਂ ਨਵੀਂ ਐਕਸਚੇਂਜ ਰੇਟ ਹੈ ਜਿਹੜੀ ਉਸ ਨੂੰ ਆਪਾਂ ਦੇਖਾਂਗੇ ਹੁਣ। ਆਧਾਰ ਸਾਲ 'ਚ ਐਕਸਚੇਂਜ ਰੇਟ, ਬੇਸ ਈਅਰ ਦੀ ਐਕਸਚੇਂਜ ਰੇਟ ਗੁਣਾ ਘਰੇਲੂ ਕੀਮਤ ਸੂਚਕਾਂਕ, ਡੋਮੈਸਟਿਕ ਪ੍ਰਾਈਸ ਇੰਡੈਕਸ, ਡੋਮੈਸਟਿਕ ਆਪਣੇ ਵਾਸਤੇ ਇੰਡੀਆ ਦਾ ਪ੍ਰਾਈਸ ਇੰਡੈਕਸ ਹੈਗਾ ਤੇ ਵਿਦੇਸ਼ੀ ਕੀਮਤ ਸੂਚਕਾਂਕ ਫੋਰਨ ਪ੍ਰਾਈਸ ਇੰਡੈਕਸ। ਫੋਰਨ ਪ੍ਰਾਈਸ ਇੰਡੈਕਸ ਇੱਥੇ ਆਪਾਂ ਅਮਰੀਕਾ ਦਾ ਲਿਆ ਹੈਗਾ ਤੇ ਇਸ ਨੂੰ ਇੱਕ ਫਾਰਮੂਲੇ ਦੇ ਨਾਲ ਲਿਖਦੇ ਹਾਂ। R = RB, RB ਮਤਲਬ ਬੇਸ ਈਅਰ ਦੀ ਐਕਸਚੇਂਜ ਰੇਟ ਇੰਟੂ P1 ਘਰੇਲੂ ਕੀਮਤ ਸੂਚਕਾਂਕ
अपॉन P2 विदेशी कीमत सूचकांक फॉरन प्राइस इंडैक्स। तो इस दे हिसाब नाल आपां देखदे हां कि एक्सचेंज रेट दे विच किहो जिहे चेंज आउंदे आ जदों घरेलू कीमत सूचकांक जां विदेशी कीमत सूचकांक दे विच कोई चेंज आ जांदा है। घरेलू कीमत सूचकांक ते विदेशी कीमत सूचकांक है जिहड़े ये प्राइस तो प्रभावित हुंदे आ, प्राइस लेवल दे विच जिहड़े चेंज आउंदे आ उहदे नाल इन्हां च भी चेंज आउंदा है। तो हुण आपां ये लिया होया कि जिहड़ा आधार साल दा एक्सचेंज रेट हैगी बेस ईयर दी वो हैगी 40 रुपए के बराबर गुणा 200 हैगा जिहड़ा इंडिया का कीमत सूचकांक है तो आ 200 P2 है जिहड़ा जां अपॉन 200 जिहड़ा आपां लिखिया होया तो यह USA का कीमत सूचकांक है। तो इस दे अकॉर्डिंग जे आपां हुण एक्सचेंज रेट देखते हैं कितनी है तो 200 नाल 200 कट के 40 रुपए $1 के बराबर आ रही है। तो ये एक्सचेंज रेट उन्नी होगी क्योंकि दोनों का कीमत सूचकांक है जिहड़ा वो बराबर हैगा। जदों दोनों देशों के विच कीमत सूचकांक बराबर हुंदा है तो एक्सचेंज रेट है जिहड़ी पहलां वाली ही निर्धारित हो जाती है। तो हुण आपां देखते हैं चेंज कदों आऊगा। तो जेकर दोनों दे विच ही एक्सचेंज जिहड़ा कीमत सूचकांक है वध जांदा है जां दोनों देशों के विच ही प्राइस लेवल वध जांदा है, दोनों देशों के विच ही कीमतां 'च वाधा हो जाता है तो उहदे नाल इन्हां दा प्राइस इंडैक्स भी दुगना हो जाता है। दोनों 'च ही दुगना हो गया। इंडिया का 200 तो वध के 400 हो गया, USA का भी 200 तो वध के 400 हो गया। जदों दोनों देशों के विच प्राइस इंडैक्स इक्को जिहा ही वधदा इक्को रेट नाल वधदा है तो उदों एक्सचेंज रेट दे विच कोई चेंज नहीं आउंदा। हुण भी 40 रुपए $1 के बराबर है तो इहनूं आपां 400 नाल 400 कट्टिया गया 40 रह गया, 40 रुपए $1 के ही बराबर है। तो एक होर देखते हैं एग्जाम्पल। हुण जे मान लो इंडिया का एक्सचेंज कीमत सूचकांक है जिहड़ा वो 200 तो वध के 400 हो जाता है पर USA दे विच कीमतां जिहड़ियां स्थिर रहिंदियां। पहलां भी USA दे विच 200 सी कीमतां, हुण भी 200 है, इहदे च कोई चेंज नहीं आया। USA दे कीमत सूचकांक दे विच कोई चेंज नहीं आया जां फॉरन इंडैक्स नंबर है जिहड़ा उहदे च कोई चेंज नहीं आया तो उदों की हुंदा है 40 गुणा 400 बटा 200 80 रुपए $1 के बराबर हो जाते हैं। तो एक्सचेंज रेट है जिहड़ी वो वध जाती है। एक्सचेंज रेट है जिहड़ी वो वध गई हैगी है क्योंकि इंडिया दे विच वस्तुआं महंगियां हो गईयां। इंडिया दे विच वस्तुआं दे महंगियां होण नाल की होया, इंडिया 'च जदों वस्तुआं महंगियां हो गईयां तो लोकी है जिहड़े इंडिया दीयां वस्तुआं महंगियां हो गईयां पर USA दे विच वस्तुआं उन्नियां ही सस्तियां मिल रही जिहो जिहियां पहलां मिल रही सी। USA दीयां कीमतां 'च कोई चेंज नहीं आया। इस करके भारतीय लोगों को यह लगता है कि उन्होंने वस्तुआं भारतीय वस्तुआं महंगियां तो अमरीका दीयां वस्तुआं सस्तियां, इस करके वो अमरीका दीयां वस्तुआं की डिमांड वध करनगे। अमरीका दीयां वस्तुआं की डिमांड वध करनगे तो अमरीका तो इंपोर्ट वध होणगे, इंपोर्ट वध होणगे जां अमरीका तो वस्तुआं वध आउणगीਆਂ तो उन्होंने खरीदण वास्ते डॉलर भी देना पऊगा। तो इस करके डॉलर की डिमांड वधूगी, लोगों को डॉलर चाहिदा होगा क्योंकि उन्होंने डॉलर दे के वस्तुआं खरीदणियां तो डॉलर की डिमांड वधूगी तो USA दीयां वस्तुआं सस्तियां हो गईयां। इस करके USA दीयां वस्तुआं नूं खरीदण वास्ते डॉलर की डिमांड वधूगी। USA तो जिवें जिवें इंपोर्ट वधणगे उवें फॉरन करंसी की डिमांड है जिहड़ी USA दी डॉलर है जिहड़ा उसकी डिमांड वधी जाऊगी तो भारतीय वस्तुआं जिहड़ियां वो महंगियां हो गईयां। महंगियां होण दे नाल की होया USA दे विच भारतीय वस्तुआं की डिमांड घट गई। USA वाले हुण अमरीका वाले भारतीय वस्तुआं की डिमांड नहीं करनगे क्योंकि उन्होंने USA दीयां वस्तुआं सस्तियां लगदियां तो इंडिया दीयां वस्तुआं महंगियां लगदियां। जदों इंडिया का इंडैक्स नंबर वध गया तो अमरीका का इंडैक्स नंबर उन्ने दा उन्ना है। तो इस करके भारत वन्नियों जिहड़ियां वो वस्तुआं खरीदते सी उन्होंने घट खरीदणगे। इस करके भारत के एक्सपोर्ट घट जाणगे। जे अपने एक्सपोर्ट घटणगे तो वस्तुआं घट विक रहीआं, बाहर घट विक रहीआं, एक्सपोर्ट घट रहे हैं। इस करके आपां नूं फॉरन करंसी नहीं मिलूगी, घट मिलूगी। फॉरन करंसी के घटन नाल की हो जाऊगा, फॉरन करंसी की सप्लाई घट जूगी तो फॉरन करंसी की सप्लाई के घटन नाल सप्लाई करव है जिहड़ा वो खब्बे पासे नूं शिफ्ट हो जाऊगा। हुण इस नूं आपां डायग्राम दे नाल एक्सप्लेन करते हैं। जिवें ये हैगा डिमांड करव फॉरन करंसी का तो यह हैगा सप्लाई करव फॉरन करंसी का। OX एक्सिस ते विदेशी वटांदरा की मात्रा लई है, फॉरन करंसी की मात्रा नूं लिया आपां ते Y एक्सिस ते एक्सचेंज रेट नूं लिया। फॉरन करंसी की डिमांड ते सप्लाई जिथे बराबर हुंदे आ उत्थे एक्सचेंज रेट है जिहड़ी OR0 निर्धारित हो जाती है। हुण आपां दस्सिआ कि भारतीय वस्तुआं जिहड़ियां वो महंगियां हो गईयां, उन्हां दे महंगियां होण नाल अमरीकी वस्तुआं जिहड़ियां वो सस्तियां लग रहीआं, उन्हां दी डिमांड वध रही है। उन्हां दी डिमांड वधन करके
ਇੰਪੋਰਟ ਵਧ ਰਿਹਾ ਹੈ। ਇੰਪੋਰਟ ਦੇ ਵਧਣ ਨਾਲ ਆਪਾਂ ਨੂੰ ਡਾਲਰ ਦੀ ਲੋੜ ਹੈ, ਇਸ ਕਰਕੇ ਡਾਲਰ ਦਾ ਡਿਮਾਂਡ ਕਰਵ ਹੈ ਜਿਹੜਾ ਉੱਪਰ ਨੂੰ ਸ਼ਿਫਟ ਹੋ ਕੇ D1 ਹੋ ਜਾਊਗਾ। ਡਾਲਰ ਦਾ ਡਿਮਾਂਡ ਕਰਵ ਉੱਪਰ ਨੂੰ ਸ਼ਿਫਟ ਹੋ ਗਿਆ ਡਾਲਰ ਦੀ ਡਿਮਾਂਡ ਵਧਣ ਕਰਕੇ। ਤੇ ਦੂਜਾ ਗੱਲ ਇਹ ਹੋਈ ਕਿ ਜਦੋਂ ਅਮਰੀਕਾ ਦੀਆਂ ਵਸਤੂਆਂ ਦੀ ਕੀਮਤਾਂ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਪਰ ਭਾਰਤੀ ਵਸਤੂਆਂ ਮਹਿੰਗੀਆਂ ਹੋ ਗਈਆਂ, ਉਹਦੇ ਕਰਕੇ ਭਾਰਤੀ ਐਕਸਪੋਰਟ ਘਟ ਗਏ। ਐਕਸਪੋਰਟ ਦੇ ਘਟਣ ਨਾਲ ਸਾਡੀਆਂ ਵਸਤੂਆਂ ਵਿਕ ਨਹੀਂ ਰਹੀਆਂ, ਨਹੀਂ ਵਿਕ ਰਹੀਆਂ ਤਾਂ ਸਾਨੂੰ ਬਾਹਰੋਂ ਫੋਰਨ ਕਰੰਸੀ ਨਹੀਂ ਮਿਲ ਰਹੀ, ਭਾਰਤ ਨੂੰ ਬਾਹਰੋਂ ਫੋਰਨ ਕਰੰਸੀ ਘੱਟ ਮਿਲੂਗੀ। ਤਾਂ ਘੱਟ ਮਿਲਣ ਕਰਕੇ ਕੀ ਹੋ ਜਾਊਗਾ, ਫੋਰਨ ਕਰੰਸੀ ਦੀ ਜਿਹੜੀ ਸਪਲਾਈ ਹੈ, ਬਾਹਰੋਂ ਫੋਰਨ ਕਰੰਸੀ ਜਿਹੜੀ ਆ ਰਹੀ ਹੈ ਉਹ ਘੱਟ ਆਊਗੀ। ਇਸ ਕਰਕੇ ਸਪਲਾਈ ਕਰਵ ਹੈ ਜਿਹੜਾ ਉਹ ਖੱਬੇ ਪਾਸੇ ਨੂੰ ਸ਼ਿਫਟ ਹੋ ਜਾਊਗਾ। ਡਿਮਾਂਡ ਕਰਵ ਉੱਪਰ ਨੂੰ ਸ਼ਿਫਟ ਹੋ ਗਿਆ, ਸਪਲਾਈ ਕਰਵ ਖੱਬੇ ਪਾਸੇ ਨੂੰ ਸ਼ਿਫਟ ਹੋ ਗਿਆ। ਤਾਂ ਨਵੀਂ ਜਿਹੜੀ ਐਕਸਚੇਂਜ ਰੇਟ ਹੈ ਉਹ ਹੈਗੀ ਹੈ R1। ਤੇ ਇਸ ਤਰ੍ਹਾਂ ਨਾਲ ਨਵੀਂ ਐਕਸਚੇਂਜ ਰੇਟ R1 ਨਿਰਧਾਰਿਤ ਹੋ ਗਈ ਜਿਹੜੀ R0 ਨਾਲੋਂ ਜ਼ਿਆਦਾ ਹੈਗੀ ਹੈ। ਤਾਂ ਇਸ ਤਰ੍ਹਾਂ ਨਾਲ ਵਿਦੇਸ਼ੀ ਵਟਾਂਦਰੇ ਦੀ ਮਾਤਰਾ ਹੈ ਜਿਹੜੀ, ਵਿਦੇਸ਼ੀ ਵਟਾਂਦਰੇ ਦੀ ਦਰ ਹੈ ਜਿਹੜੀ ਉਹਦੇ ਵਿੱਚ ਵਾਧਾ ਹੋ ਜਾਂਦਾ ਹੈ ਜਦੋਂ ਫੋਰਨ ਕਰੰਸੀ ਦੀ ਡਿਮਾਂਡ ਵੱਧਦੀ ਹੈ ਤੇ ਫੋਰਨ ਕਰੰਸੀ ਦੀ ਸਪਲਾਈ ਘਟ ਜਾਂਦੀ ਹੈ। ਇਹ ਮੈਂ ਤੁਹਾਨੂੰ ਹੁਣ ਦੱਸ ਚੁੱਕੀ ਹਾਂ ਵੀ ਡਿਮਾਂਡ ਕਿਉਂ ਵੱਧਦੀ ਹੈ ਫੋਰਨ ਕਰੰਸੀ ਦੀ ਤੇ ਸਪਲਾਈ ਕਿਉਂ ਘਟਦੀ ਹੈ। ਹੁਣ ਆਪਾਂ ਇੱਕ ਹੋਰ ਅਸਿਊਮ ਕਰਦੇ ਹਾਂ ਚੀਜ਼ ਕਿ ਜਦੋਂ ਭਾਰਤੀ ਕੀਮਤ ਸੂਚਕਾਂਕ ਹੈ ਜਿਹੜਾ ਉਹ ਤਾਂ ਉਨੇ ਦਾ ਉਨਾ ਹੀ ਰਹਿੰਦਾ, ਫਿਕਸ ਕੌਂਸਟੈਂਟ ਰਹਿੰਦਾ, ਪਰ ਅਮਰੀਕਨ ਕੀਮਤ ਸੂਚਕਾਂਕ ਹੈ ਜਿਹੜਾ ਉਹਦੇ ਵਿੱਚ ਵਾਧਾ ਹੋ ਜਾਂਦਾ, ਉਹ ਦੁੱਗਣਾ ਹੋ ਜਾਂਦਾ। 200 ਤੋਂ 400 ਹੋ ਗਿਆ। ਭਾਰਤੀ ਕੀਮਤ ਸੂਚਕਾਂਕ 200 ਸੀ, ਹੁਣ ਵੀ 200 ਹੈ। ਹੁਣ ਕੀ ਹੈਗਾ ਕਿ ਅਮਰੀਕਾ ਦੀਆਂ ਵਸਤੂਆਂ ਜਿਹੜੀਆਂ ਉਹ ਮਹਿੰਗੀਆਂ ਹੋ ਗਈਆਂ ਪਰ ਇੰਡੀਅਨ ਵਸਤੂਆਂ ਜਿਹੜੀਆਂ ਉਹ ਓਨੀਆਂ ਦੀਆਂ ਓਨੀਆਂ ਹੀ ਹੈ। ਤਾਂ ਹੁਣ ਐਕਸਚੇਂਜ ਰੇਟ ਦੇ ਉੱਤੇ ਕਿਹੋ ਜਿਹਾ ਅਸਰ ਪਊਗਾ ਜਦੋਂ ਵਿਦੇਸ਼ੀ ਵਸਤੂਆਂ ਜਿਹੜੀਆਂ ਉਹ ਮਹਿੰਗੀਆਂ ਹੋ ਜਾਂਦੀਆਂ ਜਾਂ ਵਿਦੇਸ਼ੀ ਕੀਮਤ ਸੂਚਕਾਂਕ ਵੱਧ ਜਾਂਦਾ ਹੈ ਤਾਂ ਉਦੋਂ ਐਕਸਚੇਂਜ ਰੇਟ ਹੈ ਜਿਹੜੀ ਉਹ ਘਟ ਜਾਂਦੀ ਹੈ। ਹੁਣ ਜੇ ਇਹਨੂੰ ਆਪਾਂ 40 ਗੁਣਾ 200/400 ਕਰਦੇ ਹਾਂ ਤਾਂ $1 ਹੈ ਜਿਹੜਾ ਉਹ ਹੁਣ 20 ਰੁਪਏ ਦਾ ਹੋ ਜਾਂਦਾ। ਤਾਂ ਹੁਣ ਐਕਸਚੇਂਜ ਰੇਟ ਹੈ ਜਿਹੜੀ ਉਹ ਘਟ ਗਈ ਹੈ। ਹੁਣ $1 ਵਾਸਤੇ ਸਿਰਫ 20 ਰੁਪਏ ਹੀ ਦੇਣੇ ਪੈਂਦੇ ਆ। ਇੰਡੀਅਨ ਵਸਤੂਆਂ ਹੁਣ ਸਸਤੀਆਂ ਹੋ ਗਈਆਂ ਤੇ ਅਮਰੀਕੀ ਵਸਤੂਆਂ ਜਿਹੜੀਆਂ ਉਹ ਮਹਿੰਗੀਆਂ ਹੋ ਗਈਆਂ। ਤੇ ਇਹਦਾ ਦੂਜੀ ਤਰ੍ਹਾਂ ਨਾਲ ਪ੍ਰਭਾਵ ਪਊਗਾ, ਇਸ ਤੋਂ ਉਲਟਾ ਪ੍ਰਭਾਵ ਪਊਗਾ। ਇਹਨਾਂ ਚੋਂ ਡਿਮਾਂਡ ਕਰਵ ਨੀਚੇ ਸ਼ਿਫਟ ਹੋ ਜਾਊਗਾ ਤੇ ਸਪਲਾਈ ਕਰਵ ਹੈ ਜਿਹੜਾ ਉਹ ਸੱਜੇ ਪਾਸੇ ਨੂੰ ਸ਼ਿਫਟ ਹੋ ਜਾਊਗਾ। ਇਸ ਨੂੰ ਆਪਾਂ ਹੁਣ ਸਮਝਦੇ ਹਾਂ ਅਗਲੇ ਡਾਇਗਰਾਮ ਦੇ ਨਾਲ। ਤਾਂ ਹੁਣ ਆਪਾਂ ਕਿਹਾ ਹੈ ਕਿ ਜਿਹੜੀਆਂ ਇੰਡੀਅਨ ਵਸਤੂਆਂ ਹੈਗੀਆਂ ਉਹ ਸਸਤੀਆਂ ਹੋ ਗਈਆਂ ਤੇ ਅਮਰੀਕਨ ਵਸਤੂਆਂ ਜਿਹੜੀਆਂ ਉਹ ਮਹਿੰਗੀਆਂ ਹੋ ਗਈਆਂ। ਅਮਰੀਕਨ ਵਸਤੂਆਂ ਦੇ ਮਹਿੰਗੀਆਂ ਹੋਣ ਨਾਲ ਭਾਰਤੀ ਲੋਕ ਹੈ ਜਿਹੜੇ ਉਹ ਇੰਪੋਰਟ ਘੱਟ ਕਰ ਦੇਣਗੇ, ਅਮਰੀਕੀ ਵਸਤੂਆਂ ਨੂੰ ਘੱਟ ਖਰੀਦਣਗੇ। ਜੇ ਭਾਰਤੀ ਲੋਕ ਅਮਰੀਕੀ ਵਸਤੂਆਂ ਨੂੰ ਘੱਟ ਖਰੀਦਣਗੇ ਤਾਂ ਸਾਨੂੰ ਅਮਰੀਕਾ ਦੇ ਡਾਲਰ ਦੀ ਲੋੜ ਵੀ ਘੱਟ ਹੋਊਗੀ। ਇਸ ਕਰਕੇ ਅਮਰੀਕੀ ਡਾਲਰ ਦੀ ਡਿਮਾਂਡ ਹੈ ਜਿਹੜੀ ਉਹ ਘੱਟ ਜੂਗੀ। ਫੋਰਨ ਕਰੰਸੀ ਦੀ ਡਿਮਾਂਡ ਘੱਟ ਕੇ D0 ਤੋਂ D1 ਹੋ ਜੂਗੀ। ਹਾਂਜੀ, ਦੂਜੀ ਗੱਲ ਕੀ ਹੋਊਗੀ, ਸਪਲਾਈ ਤੇ ਕਿਹੋ ਜਿਹਾ, ਡਾਲਰ ਦੀ ਸਪਲਾਈ ਤੇ ਕਿਹੋ ਜਿਹਾ ਅਸਰ ਪਊਗਾ। ਡਾਲਰ ਦੀ ਸਪਲਾਈ ਹੈ ਜਿਹੜੀ ਉਹ ਵੱਧ ਜੂਗੀ। ਕਿਵੇਂ ਵੱਧ ਜੂਗੀ? ਕਿਉਂਕਿ ਜਦੋਂ ਇੰਡੀਅਨ ਵਸਤੂਆਂ ਸਸਤੀਆਂ ਹੋ ਜਾਣਗੀਆਂ ਤਾਂ ਅਮਰੀਕਾ ਦੀਆਂ ਵਸਤੂਆਂ ਮਹਿੰਗੀਆਂ ਹੋ ਗਈਆਂ। ਅਮਰੀਕਾ ਦੇ ਵਿੱਚ ਵਸਤੂਆਂ ਮਹਿੰਗੀਆਂ ਇੰਡੀਆ ਦੇ ਨਾਲੋਂ, ਕਿਉਂਕਿ ਇੰਡੀਆ ਦਾ ਸੂਚਕਾਂਕ 'ਚ ਕੋਈ ਚੇਂਜ ਨਹੀਂ ਆਇਆ। ਅਮਰੀਕਾ ਦਾ ਸੂਚਕਾਂਕ ਹੈ ਜਿਹੜਾ ਦੁੱਗਣਾ ਹੋ ਗਿਆ ਜਾਂ ਵਸਤੂਆਂ ਦੁੱਗਣੀਆਂ ਮਹਿੰਗੀਆਂ ਹੋ ਗਈਆਂ। ਤਾਂ ਉੱਥੋਂ ਦੇ ਲੋਕ ਕੀ ਕਰਨਗੇ ਕਿ ਇੰਡੀਅਨ ਵਸਤੂਆਂ ਜਿਹੜੀਆਂ ਉਹਨਾਂ ਦੀ ਡਿਮਾਂਡ ਕਰਨਗੇ। ਉਹਨਾਂ ਦੀ ਡਿਮਾਂਡ ਕਰਨਗੇ ਤਾਂ ਇੰਡੀਅਨ ਐਕਸਪੋਰਟ ਵਧਣਗੇ। ਜਦੋਂ ਆਪਣੇ ਐਕਸਪੋਰਟ ਵਧਣਗੇ ਜਾਂ ਇੰਡੀਆ ਦੇ ਐਕਸਪੋਰਟ ਵਧਣਗੇ ਤਾਂ ਬਾਹਰ ਵਸਤੂਆਂ ਵੱਧ ਵਿਕਣਗੀਆਂ। ਵੱਧ ਵਿਕਣ ਦੇ ਨਾਲ ਉਹਨਾਂ ਦੇ ਵਾਸਤੇ ਸਾਨੂੰ ਵੱਧ ਪੈਸੇ ਵੀ ਮਿਲਣਗੇ। ਜਿੰਨੀਆਂ ਵਸਤੂਆਂ ਵੱਧ ਵਿਕਣਗੀਆਂ ਓਨੀ ਫੋਰਨ ਕਰੰਸੀ ਵੀ ਵੱਧ ਮਿਲੂਗੀ। ਇਸ ਕਰਕੇ ਫੋਰਨ ਕਰੰਸੀ ਦੀ ਸਪਲਾਈ ਵੱਧ ਜੂਗੀ ਤੇ ਸਪਲਾਈ ਕਰਵ ਹੈ ਜਿਹੜਾ ਉਹ ਸੱਜੇ ਪਾਸੇ ਨੂੰ ਸ਼ਿਫਟ ਹੋ ਕੇ S1 ਹੋ ਜਾਊਗਾ। ਪਹਿਲਾਂ ਵਾਲਾ ਸਪਲਾਈ ਕਰਵ ਹੈ ਜਿਹੜਾ S0 ਹੈ। ਪਹਿਲਾਂ ਦਾ ਜਿਹੜੀ ਐਕਸਚੇਂਜ ਰੇਟ ਹੈਗੀ ਹੈ ਮੰਨ ਲਓ ਇਹ ਸੀਗੀ OR0 ਤੇ ਹੁਣ ਜਦੋਂ ਅਮਰੀਕੀ ਵਸਤੂਆਂ ਮਹਿੰਗੀਆਂ ਹੋ ਗਈਆਂ ਜਾਂ ਅਮਰੀਕਾ ਦਾ ਕੀਮਤ ਸੂਚਕਾਂਕ ਵੱਧ ਗਿਆ ਤਾਂ ਐਕਸਚੇਂਜ ਰੇਟ ਹੈ ਜਿਹੜੀ ਉਹ ਘਟ ਕੇ ਹੋ ਗਈ ਹੈ OR1 ਹੋ ਗਈ। ਹੁਣ ਐਕਸਚੇਂਜ ਰੇਟ ਹੈ ਜਿਹੜੀ ਉਹ ਘਟ ਗਈ ਹੈਗੀ ਹੈ ਤੇ ਇਸ ਤਰ੍ਹਾਂ ਨਾਲ ਐਕਸਚੇਂਜ ਰੇਟ ਘਟ ਜਾਂਦੀ ਹੈ। ਇਹ ਹੈਗਾ ਜਿਹੜਾ ਨਿਚਲੀ, ਜਦੋਂ ਐਕਸਚੇਂਜ ਰੇਟ R1 ਹੋ ਗਈ ਹੈ ਤਾਂ ਇਸ ਨੂੰ ਇੰਪੋਰਟ ਪੁਆਇੰਟ ਕਿਹਾ ਜਾਂਦਾ ਹੈ। ਜਦੋਂ ਐਕਸਚੇਂਜ ਰੇਟ ਵੱਧ ਜਾਂਦੀ ਹੈ ਇੱਥੇ ਹੋ ਜਾਂਦੇ ਆ, ਜਦੋਂ ਆਪਾਂ ਪਿਛਲੇ ਡਾਇਗਰਾਮ 'ਚ ਦੇਖਿਆ ਸੀ R2 ਹੋ ਜਾਂਦੀ ਹੈ। ਜਦੋਂ ਐਕਸਚੇਂਜ ਰੇਟ R2 ਹੋ ਜਾਂਦੀ ਹੈ ਇਸ ਤਰ੍ਹਾਂ ਦੀ ਹੈ, ਵਧੀ ਸੀ ਜਦੋਂ ਡਾਲਰ ਦੀ ਡਿਮਾਂਡ ਵਧੀ ਸੀ, ਸਪਲਾਈ ਘਟੀ ਸੀ, ਐਕਸਚੇਂਜ ਰੇਟ ਵਧੀ ਸੀ। ਤਾਂ ਇਹ ਹੈਗਾ ਜਿਹੜਾ ਇਹ ਐਕਸਪੋਰਟ ਪੁਆਇੰਟ ਹੈ। ਆ ਉੱਪਰਲਾ ਪੁਆਇੰਟ ਹੈ ਜਿਹੜਾ ਇਹ ਐਕਸਪੋਰਟ ਪੁਆਇੰਟ ਹੈ। ਇਸ ਨੂੰ ਕਹਾਂਗੇ ਆਪਾਂ ਐਕਸਪੋਰਟ ਪੁਆਇੰਟ। ਇਹ ਐਕਸਪੋਰਟ ਪੁਆਇੰਟ ਤੇ ਆ ਜਿਹੜਾ ਨਿਚਲਾ ਪੁਆਇੰਟ ਹੈ ਇਹ ਹੈਗਾ ਇੰਪੋਰਟ ਪੁਆਇੰਟ। ਐਕਸਚੇਂਜ ਰੇਟ ਹੈ ਜਿਹੜੀ ਪਰਚੇਜਿੰਗ ਪਾਵਰ ਪੈਰਿਟੀ
ਇਹ ਇਹਨਾਂ ਦੋਨਾਂ ਐਕਸਚੇਂਜ ਰੇਟ ਦੇ ਵਿਚਾਲੇ ਹੀ ਘਟੂ ਵਧੂਗੀ, ਇਸ ਤੋਂ ਜ਼ਿਆਦਾ ਨਹੀਂ ਵੱਧ ਸਕਦੀ ਤੇ ਇਸ ਤੋਂ ਘੱਟ ਵੀ ਨਹੀਂ ਹੋ ਸਕਦੀ। ਪਰਚੇਜਿੰਗ ਪਾਵਰ ਪੈਰਿਟੀ ਜਿਹੜੀ ਹੈਗੀ ਹੈ ਉਹ ਇਹਨਾਂ ਦੋਨਾਂ ਲਿਮਿਟੇਸ਼ਨ ਦੇ ਵਿਚਾਲੇ ਰਹੂਗੀ। ਇਹ ਮੈਕਸਿਮਮ ਹੈ, ਇਹ ਜਿਹੜੀ ਸੀਮਾ ਹੈਗੀ ਜਾਂ ਲਿਮਿਟ ਹੈ ਇਹ ਮੈਕਸਿਮਮ ਐਕਸਪੋਰਟ ਪੁਆਇੰਟ ਹੈ ਜਿਹੜਾ, ਇਹ ਇਸ ਦੇ ਵਧਣ ਦੀ ਲਿਮਿਟ ਹੈ ਜਿਹੜੀ ਮਿਨੀਮਮ ਹੈ ਜਿਹੜਾ ਕਿ ਇਸ ਦਾ ਇੰਪੋਰਟ ਪੁਆਇੰਟ ਹੈਗਾ। ਤਾਂ ਇਸ ਤਰ੍ਹਾਂ ਨਾਲ ਇਹ ਐਕਸਚੇਂਜ ਰੇਟ ਵੱਧ ਵੀ ਸਕਦੀ ਹੈ, ਘਟ ਵੀ ਸਕਦੀ ਹੈ, ਪਰ ਇਸ ਲਿਮਿਟ ਦੇ ਵਿੱਚ ਹੀ ਘਟਦੀ ਵੱਧਦੀ ਹੈਗੀ ਹੈ। ਜਿੱਥੇ ਫੋਰਨ ਕਰੰਸੀ ਦੀ ਡਿਮਾਂਡ ਤੇ ਸਪਲਾਈ ਇੱਕ ਦੂਜੇ ਦੇ ਬਰਾਬਰ ਹੁੰਦੇ ਆ ਉਸ ਨੂੰ ਆਪਾਂ ਪਰਚੇਜਿੰਗ ਪਾਵਰ ਪੈਰਿਟੀ ਕਹਿੰਦੇ ਆ ਜਾਂ ਬੈਲੈਂਸਡ ਐਕਸਚੇਂਜ ਰੇਟ ਹੈ ਜਿਹੜੀ ਉਹ ਕਿਹਾ ਜਾਂਦਾ ਹੈ। ਪਹਿਲੀ ਐਕਸਚੇਂਜ ਰੇਟ ਹੈ ਜਿਹੜੀ ਇਹ ਸੀਗੀ, ਜਦੋਂ ਡਾਲਰ ਦੀ ਡਿਮਾਂਡ ਵਧੀ ਹੈ ਉਦੋਂ ਐਕਸਚੇਂਜ ਰੇਟ ਇਹ ਨਿਰਧਾਰਿਤ ਹੋਈ ਹੈ, ਜਦੋਂ ਡਾਲਰ ਦੀ ਡਿਮਾਂਡ ਘਟੀ ਹੈ ਤਾਂ ਉਦੋਂ ਐਕਸਚੇਂਜ ਰੇਟ ਹੈ ਜਿਹੜੀ ਇਹ ਨਿਰਧਾਰਿਤ ਹੋਈ ਹੈ। ਇਹ ਸਾਰੀਆਂ ਹੀ ਐਕਸਚੇਂਜ ਰੇਟ ਪਰਚੇਜਿੰਗ ਪਾਵਰ ਪੈਰਿਟੀ ਹੈ। ਆਹ ਨਵੀਂ ਪਰਚੇਜਿੰਗ ਪਾਵਰ ਪੈਰਿਟੀ ਹੈ, ਇਹ ਪਹਿਲਾਂ ਵਾਲੀ ਪਰਚੇਜਿੰਗ ਪਾਵਰ ਪੈਰਿਟੀ ਹੈ। ਜਦੋਂ ਡਾਲਰ ਦੀ ਡਿਮਾਂਡ ਵਧੀ ਸੀ ਉਦੋਂ ਜਿਹੜਾ ਪਰਿਵਰਤਨ ਹੋਇਆ ਇਸ ਐਕਸਚੇਂਜ ਰੇਟ ਦੇ ਵਿੱਚ ਜਾਂ ਪਰਚੇਜਿੰਗ ਪਾਵਰ ਪੈਰਿਟੀ ਦੇ ਵਿੱਚ ਉਹ ਇਸ ਤਰ੍ਹਾਂ ਦਾ ਪਰਿਵਰਤਨ ਸੀਗਾ। ਤਾਂ ਇਸ ਤਰ੍ਹਾਂ ਨਾਲ ਇਹ ਸੀਗੀ ਪਰਚੇਜਿੰਗ ਪਾਵਰ ਪੈਰਿਟੀ ਥਿਊਰੀ। ਇਹਦੇ 'ਚੋਂ ਜਿੰਨੇ ਵੀ ਛੋਟੇ ਕੁਐਸਚਨ ਬਣਦੇ ਆ ਉਹ ਵੀ ਤੁਸੀਂ ਦੇਖ ਲਿਓ ਕਿਹੜੇ ਬਣਨਗੇ। ਔਰ ਜਿਹੜਾ ਕੁਝ ਵੀ ਆਪਾਂ ਦੇਖਿਆ ਕਿ ਇਹਦਾ ਮੈਕਸਿਮਮ ਲਿਮਿਟ ਕਿਹੜੀ ਹੈ, ਐਕਸਪੋਰਟ ਪੁਆਇੰਟ ਹੈ, ਮਿਨੀਮਮ ਲਿਮਿਟ ਕਿਹੜੀ ਹੈ, ਇੰਪੋਰਟ ਪੁਆਇੰਟ ਹੈ, ਇਹਦੇ 'ਚੋਂ ਵੀ ਛੋਟਾ ਕੁਐਸਚਨ ਹੈ ਜਿਹੜਾ ਇਹ ਬਣ ਸਕਦਾ ਹੈਗਾ। ਤਾਂ ਐਕਸਚੇਂਜ ਰੇਟ ਪਰਚੇਜਿੰਗ ਪਾਵਰ ਪੈਰਿਟੀ ਹੈ ਜਿਹੜੀ ਇਸ ਤਰ੍ਹਾਂ ਨਾਲ ਹੀ ਨਿਰਧਾਰਿਤ ਹੁੰਦੀ ਹੈ। ਵਸਤੂਆਂ ਦੀ ਪਰਚੇਜਿੰਗ ਪਾਵਰ ਪੈਰਿਟੀ ਦੇ ਆਧਾਰ 'ਤੇ ਨਿਰਧਾਰਿਤ ਹੁੰਦੀ ਹੈ ਕਿ ਦੋਨਾਂ ਵਸਤੂਆਂ ਦੇ ਵਿੱਚ ਸੇਮ ਸਮਾਨ ਹੈ ਜਿਹੜਾ ਕਿੰਨੇ ਰੁਪਿਆਂ 'ਚ ਮਿਲ ਰਿਹਾ, ਇਸ ਨੂੰ ਕਿਹਾ ਜਾਂਦਾ ਪਰਚੇਜਿੰਗ ਪਾਵਰ ਪੈਰਿਟੀ। ਤਾਂ ਇਹ ਸੇਮ ਟੋਕਰੀ ਹੈ ਜਿਹੜੀ ਇੰਡੀਆ ਦੇ ਵਿੱਚ ਜਿੰਨੇ ਰੁਪਏ ਦੀ ਮਿਲਦੀ ਹੈ, USA ਦੇ ਵਿੱਚ ਜਿੰਨੇ ਰੁਪਏ ਦੀ ਮਿਲਦੀ ਹੈ, ਉਸੇ ਦੇ ਅਕੋਰਡਿੰਗ ਹੈ ਜਿਹੜੀ ਐਕਸਚੇਂਜ ਰੇਟ ਨਿਰਧਾਰਿਤ ਹੁੰਦੀ ਹੈ। ਥੈਂਕ ਯੂ ਸਟੂਡੈਂਟਸ।